ਸਤਿ ਸ਼੍ਰੀ ਅਕਾਲ। ਤੁਸੀਂ ਵੇਖ ਰਹੇ ਹੋ ਟੀਵੀ ਪੰਜਾਬ ਤੇ ਮੈਂ ਹਾਂ ਤੁਹਾਡੇ ਨਾਲ ਇੰਦਰਪ੍ਰੀਤ ਕੌਰ ਸੰਗੇੜਾ। ਖਬਰਾਂ ਦੇ ਇਸ ਬੁਲੇਟਿਨ ਵਿੱਚ ਤੁਹਾਡਾ ਸਵਾਗਤ ਹੈ। ਗੱਲਬਾਤ ਕਰਾਂਗੇ ਅਮਰੀਕਾ ਦੀਆਂ तमाम ਵੱਡੀਆਂ ਖਬਰਾਂ ਦੀ। ਬਾਰਡਰ ਦੇ ਨਾਲ ਜੁੜੀ ਹੋਈ ਵੱਡੀ ਅਪਡੇਟ ਸਾਹਮਣੇ ਆਈ ਹੈ, ਜਿੱਥੇ ਦੱਸਿਆ ਗਿਆ ਹੈ ਕਿ 11 ਮਈ ਤੋਂ ਬਾਅਦ ਅਮਰੀਕਾ ਮੈਕਸੀਕੋ ਬਾਰਡਰ ਦੇ ਉੱਪਰ ਕਿਸ ਤਰ੍ਹਾਂ ਦੇ ਹਾਲਾਤ ਰਹਿਣ ਵਾਲੇ ਨੇ। ਮਾਈਗ੍ਰੈਂਟਸ ਦੀ ਗਿਣਤੀ ਨੂੰ ਘੱਟ ਕਰਨ ਸੰਬੰਧੀ ਹੁਣ ਬਾਈਡਨ ਪ੍ਰਸ਼ਾਸਨ ਵੱਲੋਂ ਸਖਤੀ ਦਾ ਐਲਾਨ ਕਰ ਦਿੱਤਾ ਗਿਆ, ਜਿਸ ਤਹਿਤ ਲੈਟਿਨ ਅਮਰੀਕਾ ਦੇ ਵਿੱਚ ਇਮੀਗ੍ਰੇਸ਼ਨ ਸੈਂਟਰਸ ਖੋਲ੍ਹੇ ਜਾਣਗੇ। ਇਸ ਤੋਂ ਇਲਾਵਾ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਹੋਮਲੈਂਡ ਸਿਕਿਉਰਿਟੀ ਵੱਲੋਂ ਬਾਰਡਰ ਦੇ ਉੱਪਰ ਸਕਰੀਨਿੰਗ ਕੀਤੀ ਜਾਵੇਗੀ ਤੇ ਕਈਆਂ ਨੂੰ ਡਿਪੋਰਟੇਸ਼ਨ ਦਾ ਵੀ ਸਾਹਮਣਾ ਕਰਨਾ ਪੈ ਸਕਦਾ ਹੈ। ਨਵੇਂ ਰੂਲ ਦੇ ਵਿੱਚ ਕੀ ਕੁਝ ਨਿਕਲ ਕੇ ਸਾਹਮਣੇ ਆਇਆ, ਤੁਹਾਨੂੰ ਇਸ ਖਬਰ ਵਿੱਚ ਦੱਸਾਂਗੇ। ਅਮਰੀਕਾ ਮੈਕਸੀਕੋ ਬਾਰਡਰ ਗੈਰ ਕਾਨੂੰਨੀ ਤਰੀਕੇ ਪਾਰ ਕਰਨਾ ਹੁਣ ਸੌਖਾ ਨਹੀਂ ਹੋਵੇਗਾ, ਕਿਉਂਕਿ ਬਾਈਡਨ ਪ੍ਰਸ਼ਾਸਨ ਵੱਲੋਂ ਸਖਤੀਆਂ ਦਾ ਐਲਾਨ ਕਰ ਦਿੱਤਾ ਗਿਆ। ਜੀ ਹਾਂ, ਬਾਈਡਨ ਪ੍ਰਸ਼ਾਸਨ ਵੱਲੋਂ ਦੱਸਿਆ ਗਿਆ ਹੈ ਕਿ ਹੁਣ ਬਾਰਡਰ ਦੇ ਉੱਪਰ 11 ਮਈ ਤੋਂ ਕਾਫੀ ਜ਼ਿਆਦਾ ਸਖਤੀ ਹੋਣ ਵਾਲੀ ਹੈ, ਜਿੱਥੇ ਗੈਰ ਕਾਨੂੰਨੀ ਤਰੀਕੇ ਦੇ ਨਾਲ ਬਾਰਡਰ ਪਾਰ ਨਹੀਂ ਕੀਤਾ ਜਾ ਸਕੇਗਾ ਤੇ ਜੇਕਰ ਕੋਈ ਇਸ ਬਾਰਡਰ ਨੂੰ ਪਾਰ ਕਰਦਾ ਹੈ ਤਾਂ ਉਸ ਨੂੰ ਡਿਪੋਰਟੇਸ਼ਨ ਦਾ ਵੀ ਸਾਹਮਣਾ ਕਰਨਾ ਪੈ ਸਕਦਾ ਹੈ। ਅਮਰੀਕਾ ਵੱਲੋਂ ਹੁਣ ਲੈਟਿਨ ਅਮਰੀਕਾ ਦੇ ਵਿੱਚ ਇਮੀਗ੍ਰੇਸ਼ਨ ਪ੍ਰੋਸੈਸਿੰਗ ਸੈਂਟਰਸ ਖੋਲ੍ਹੇ ਜਾ ਰਹੇ ਹਨ, ਜਿਸ ਤਹਿਤ ਵੱਧ ਰਹੀ ਮਾਈਗ੍ਰੇਸ਼ਨਸ ਦੀ ਗਿਣਤੀ ਨੂੰ ਕਾਬੂ ਦੇ ਵਿੱਚ ਲਿਆਂਦਾ ਜਾਵੇਗਾ। ਸਦਰਨ ਬਾਰਡਰ ਦੇ ਰਾਹੀਂ ਜਿਸ ਤਰ੍ਹਾਂ ਕਠਿਨਾਈ ਭਰੇ ਰਸਤੇ ਤੋਂ ਮਾਈਗ੍ਰੈਂਟਸ ਦਾਖਲ ਹੁੰਦੇ ਨੇ, ਉਸ ਨੂੰ ਘੱਟ ਕਰਨ ਸੰਬੰਧੀ ਹੀ ਬਾਈਡਨ ਪ੍ਰਸ਼ਾਸਨ ਇੱਕ ਕਦਮ ਚੁੱਕ ਰਿਹਾ ਹੈ। ਦੱਸ ਦਈਏ ਕਿ ਪੈਂਡੈਮਿਕ ਕਾਰਨ ਜੋ ਟਾਈਟਲ 42 ਲਗਾਇਆ ਗਿਆ ਸੀ, ਉਹ 2 ਹਫ਼ਤਿਆਂ ਵਿੱਚ ਸਮਾਪਤ ਹੋਣ ਵਾਲਾ ਹੈ, ਜਿਸ ਤੋਂ ਬਾਅਦ ਬਾਰਡਰ ਪਾਰ ਕਰਨ ਵਾਲਿਆਂ ਦਾ ਵੱਡਾ ਅੰਕੜਾ ਦੇਖਣ ਨੂੰ ਮਿਲ ਸਕਦਾ ਹੈ। ਇਸ ਤੋਂ ਪਹਿਲਾਂ ਹੀ ਸਖਤੀ ਦਾ ਐਲਾਨ ਕਰ ਦਿੱਤਾ ਗਿਆ। ਜਾਣਕਾਰੀ ਲਈ ਦੱਸ ਦਈਏ ਕਿ ਸਭ ਤੋਂ ਪਹਿਲਾਂ ਨਵੀਂ ਪ੍ਰੋਸੈਸਿੰਗ ਸੈਂਟਰ ਗੁਆਟੇਮਾਲਾ ਤੇ ਕੋਲੰਬੀਆ ਵਿੱਚ ਖੋਲ੍ਹੇ ਜਾ ਰਹੇ ਹਨ। ਇਹ ਐਲਾਨ ਯੂਐਸ ਸੈਕਟਰੀ ਆਫ ਸਟੇਟ ਅਤੇ ਹੋਮਲੈਂਡ ਸਿਕਿਉਰਿਟੀ ਵੱਲੋਂ ਸਾਂਝੇ ਤੌਰ ਤੇ ਉੱਪਰ ਕੀਤਾ ਗਿਆ, ਜਿੱਥੇ ਉਹਨਾਂ ਨੇ ਕਿਹਾ ਕਿ ਇਸ ਸੈਂਟਰ ਦਾ ਮਕਸਦ ਹੋਵੇਗਾ ਕਿ ਖਤਰਨਾਕ ਰਸਤੇ ਤੋਂ ਆਉਣ ਵਾਲੇ ਲੋਕਾਂ ਨੂੰ ਰੋਕਿਆ ਜਾਵੇ। ਹੁਣ ਇਹ ਅਪਡੇਟ ਸਾਹਮਣੇ ਆਉਣ ਤੋਂ ਬਾਅਦ ਇਮੀਗ੍ਰੈਂਟ ਐਡਵੋਕੇਟਸ ਆਪਣਾ ਪੱਖ ਰੱਖਦੇ ਹੋਏ ਦਿਖਾਈ ਦੇ ਰਹੇ ਨੇ, ਜਿਹਦੇ ਕਈਆਂ ਵੱਲੋਂ ਇਸ ਕਦਮ ਦੀ ਸ਼ਲਾਘਾ ਕੀਤੀ ਜਾ ਰਹੀ ਹੈ ਤੇ ਕਈਆਂ ਵੱਲੋਂ ਇਸ ਨੂੰ ਗਲਤ ਵੀ ਦੱਸਿਆ ਜਾ ਰਿਹਾ ਹੈ। ਕੁਝ ਦਿਨ ਪਹਿਲਾਂ ਅਮਰੀਕਾ ਦੇ ਵਿੱਚ ਇੱਕ ਪੰਜਾਬੀ ਨੌਜਵਾਨ ਗਿਆ, ਜਿਸ ਦੀ ਹਾਰਟ ਅਟੈਕ ਦੇ ਕਾਰਨ ਮੌਤ ਹੋ ਗਈ। ਪੁਲਿਸ ਅਧਿਕਾਰੀਆਂ ਵੱਲੋਂ ਇਸ ਦੀ ਪਹਿਚਾਣ ਵੀ ਜਨਤਕ ਕੀਤੀ ਗਈ ਹੈ। ਨੌਜਵਾਨ ਦੇ ਪਰਿਵਾਰਕ ਮੈਂਬਰ ਇਸ ਸਮੇਂ ਸਦਮੇ ਦੇ ਵਿੱਚ ਨੇ। ਕੀ ਹੈ ਪੂਰੀ ਜਾਣਕਾਰੀ, ਤੁਹਾਨੂੰ ਇਸ ਖਬਰ ਵਿੱਚ ਦੱਸਾਂਗੇ। ਅਮਰੀਕਾ ਤੋਂ ਪੰਜਾਬੀ ਭਾਈਚਾਰੇ ਦੇ ਨਾਲ ਜੁੜੀ ਹੋਈ ਮੰਦਭਾਗੀ ਖਬਰ ਸਾਹਮਣੇ ਆਈ ਹੈ, ਜਿੱਥੇ ਨੌਜਵਾਨ ਦੀ ਅਮਰੀਕਾ ਵਿੱਚ ਜਾਨ ਗਈ। ਪਰਿਵਾਰਕ ਮੈਂਬਰਾਂ ਵੱਲੋਂ ਇਸ ਤੋਂ ਬਾਅਦ ਦੁੱਖ ਦਾ ਪ੍ਰਗਟਾਵਾ ਕੀਤਾ ਜਾ ਰਿਹਾ ਹੈ। ਜਿਸ ਨੌਜਵਾਨ ਦੀ ਜਾਨ ਗਈ ਹੈ, ਉਹ ਪੰਜਾਬ ਦੇ ਜ਼ਿਲ੍ਹਾ ਤਰਨਤਾਰਨ ਦੇ ਨਾਲ ਸੰਬੰਧਿਤ ਦੱਸਿਆ ਗਿਆ। ਇਸ ਨੌਜਵਾਨ ਦਾ ਨਾਮ ਤਰਲੋਚਨ ਸਿੰਘ ਹੈ, ਜਿਸ ਦੀ ਅਮਰੀਕਾ ਵਿੱਚ ਹਾਰਟ ਅਟੈਕ ਕਾਰਨ ਮੌਤ ਹੋ ਗਈ। ਇਸ ਨੌਜਵਾਨ ਦੀ ਉਮਰ 27 ਸਾਲ ਦੇ ਕਰੀਬ ਦੱਸੀ ਜਾ ਰਹੀ ਹੈ। ਦੱਸ ਦਈਏ ਕਿ ਨੌਜਵਾਨ ਅਜੇ ਕੁਝ ਸਮਾਂ ਪਹਿਲਾਂ ਹੀ ਅਮਰੀਕਾ ਪਹੁੰਚਾ ਸੀ। ਖਬਰ ਸੁਣ ਕੇ ਪਰਿਵਾਰ ਵੱਲੋਂ ਆਪਣੇ ਦੁੱਖ ਦਾ ਪ੍ਰਗਟਾਵਾ ਕੀਤਾ ਜਾ ਰਿਹਾ। ਪਿੰਡ ਵਿੱਚ ਵੀ ਸੋਗ ਦੀ ਲਹਿਰ ਹੈ। ਪਰਿਵਾਰਕ ਮੈਂਬਰ ਆਪਣੇ ਪੁੱਤਰ ਦੇ ਬਾਰੇ ਗੱਲ ਕਰਦੇ ਹੋਏ ਦਿਖਾਈ ਦੇ ਰਹੇ ਨੇ, ਜਿੱਥੇ ਉਹਨਾਂ ਵੱਲੋਂ ਦੱਸਿਆ ਗਿਆ ਕਿ ਕਿਵੇਂ ਚੰਗੇ ਭਵਿੱਖ ਵਾਸਤੇ ਆਪਣੇ ਪੁੱਤਰ ਨੂੰ ਉਹਨਾਂ ਵੱਲੋਂ ਅਮਰੀਕਾ ਦੇ ਵਿੱਚ ਭੇਜਿਆ ਗਿਆ ਸੀ ਤੇ ਉੱਥੇ ਹਾਰਟ ਅਟੈਕ ਦੇ ਕਾਰਨ ਉਸ ਦੀ ਅਚਾਨਕ ਮੌਤ ਹੋ ਗਈ। ਅਧਿਕਾਰੀਆਂ ਵੱਲੋਂ ਮਾਮਲੇ ਦੀ ਵਧੇਰੇ ਜਾਂਚ ਪੜਤਾਲ ਕੀਤੀ ਜਾ ਰਹੀ ਹੈ। ਹੁਣ ਤੱਕ ਦੀ ਅਪਡੇਟ ਦੇ ਵਿੱਚ ਇਹਨਾਂ तमाम ਗੱਲਾਂ ਦਾ ਜ਼ਿਕਰ ਕੀਤਾ ਗਿਆ ਹੈ। ਇੰਡੀਆ ਮਾਰਟ ਸਟੋਰ, ਜੋ ਕਿ ਐਰੀਜ਼ੋਨਾ ਵਿੱਚ ਸਥਿਤ ਹੈ, ਸਟੋਰ ਵੱਲੋਂ 1 ਸਾਲ ਪੂਰਾ ਕੀਤਾ ਗਿਆ, ਜਿਸ ਤੋਂ ਬਾਅਦ ਐਨੀਵਰਸਰੀ ਮਨਾਈ ਜਾ ਰਹੀ ਹੈ। ਸਟੋਰ ਦੇ ਮਾਲਕ ਵੱਲੋਂ ਸਕਸੈਸ ਦੇ ਬਾਰੇ ਵੀ ਦੱਸਿਆ ਗਿਆ। ਇਸ ਬਾਰੇ ਡਿਟੇਲ ਤੁਹਾਨੂੰ ਇਸ ਖਬਰ ਵਿੱਚ ਦੱਸਾਂਗੇ। ਐਰੀਜ਼ੋਨਾ ਦੇ ਵਿੱਚ ਸਥਿਤ ਇੰਡੀਅਨ ਮਾਰਟ ਸਟੋਰ ਵੱਲੋਂ ਆਪਣੇ ਸਟੋਰ ਦੀ ਪਹਿਲੀ ਐਨੀਵਰਸਰੀ ਮਨਾਈ ਜਾ ਰਹੀ ਹੈ। ਦੱਸ ਦਈਏ ਕਿ ਸਾਊਥ ਏਸ਼ੀਅਨ ਕਮਿਊਨਿਟੀ ਦੀ ਪਹਿਲੀ ਪਸੰਦ ਇੰਡੀਅਨ ਮਾਰਟ ਸਟੋਰ ਹੈ, ਜਿੱਥੇ ਉਹਨਾਂ ਦੇ ਪਸੰਦੀ ਦੀਆਂ ਚੀਜ਼ਾਂ ਬਹੁਤ ਆਸਾਨੀ ਦੇ ਨਾਲ ਮਿਲ ਜਾਂਦੀਆਂ ਨੇ ਤੇ ਹੁਣ ਇਸ ਸਟੋਰ ਵੱਲੋਂ ਆਪਣੀ ਪਹਿਲੀ ਸਾਲਗਿਰਾ ਮਨਾਈ ਜਾ ਰਹੀ ਹੈ। ਇੱਥੇ ਮਸਾਲੇ, ਤਾਜ਼ੀਆਂ ਸਬਜ਼ੀਆਂ ਅਤੇ ਪਾਰਟੀ ਗਰੋਸਰੀ ਦੀਆਂ ਚੀਜ਼ਾਂ ਬੜੀ ਆਸਾਨੀ ਦੇ ਨਾਲ ਮਿਲ ਜਾਂਦੀਆਂ ਨੇ। ਇਸ ਸਟੋਰ ਦੇ ਮਾਲਕ ਕਰਨ ਸਿੰਘ ਵੱਲੋਂ ਖੁਦ ਦੱਸਿਆ ਗਿਆ ਕਿ ਉਹਨਾਂ ਦਾ ਸਟੋਰ 1 ਸਾਲ ਦੇ ਵਿੱਚ ਹੀ ਕਿੰਨਾ ਸਕਸੈਸਫੁਲ ਹੋਇਆ। 1 ਸਾਲ ਹੋਇਆ ਇੰਡੀਆ ਮਾਰਟ ਨੂੰ ਓਪਨ ਹੋਏ ਨੂੰ ਤੇ ਅਸੀਂ ਮਿਲ ਰਹੇ ਹਾਂ ਦੋਨੋਂ ਓਨਰ ਦੇ ਨਾਲ। ਇਹ ਮੇਰੇ ਨਾਲ ਨੇ ਤਿਵਾ, ਜਿਹੜੇ ਕਿ ਇਹ ਤੇਲਗੂ ਹੈਗੇ ਨੇ, ਔਰ ਇਹ ਹੈਗੇ ਕਰਨ ਪੰਜਾਬੀ ਹੈਗੇ, ਪੰਜਾਬ ਤੋਂ ਹੈਗੇ। ਐਂਡ so we started this a year ago. The physical location, before we were doing online delivery services చేస్తున్నాం ఇంతకుముందు. తర్వాత కోవిడ్ తగ్గిన తర్వాత ఫిజికల్ స్టోర్ పెట్టాము. సో ఇక్కడ స్టోర్ మాకు ఎక్కువ వచ్చే ఫీడ్బ్యాక్ ఏంటంటే వీ హ్యావ్ ద
ఫ్రెష్ వెజిటబుల్స్ మా దగ్గర ఉంటాయని చెప్పేసి చాలామంది వస్తుంటారు. వీ హ్యావ్ వెరీ గుడ్ ఫీడ్బ్యాక్ ఫర్ ద వెజిటబుల్స్ దట్ వీ క్యారీ. ఆల్ ద టైమ్ ఎవ్రీ వీక్ మాకు ఫ్రెష్ వెజిటబుల్స్ వస్తాయి. ఏమైనా రిమైనింగ్ వెజిటబుల్స్ మిగిలిపోతే ఎవ్రీ వీక్ వి జస్ట్ ట్రాష్ ఇట్. వీ డోంట్ యూజువలీ సెల్ ఎనీ లెఫ్ట్ ఓవర్ వెజిటబుల్స్. వీ ఆల్వేస్ కీప్ ఫ్రెష్ వెజిటబుల్స్. సో మాకు బాగా ఫీడ్బ్యాక్ మంచిగా వచ్చింది వెజిటబుల్స్ పైన. సో వెజిటబుల్సే కాకుండా వీఆర్ ట్రయింగ్ టు కీప్ ఆల్ అవర్ सारे फ्रेश वेजिटेबल्स एरिज़ोना सब तो फ्रेश वेजिटेबल्स पूरा आटा चावल पूरा समान मिलता है ग्रोसरी का. पानी पूरी तो लैके गुलाब जामुन ते फ्रेश किचन भी है. चाट वगैरह समोसे मिलते हैं. ते कभी भी आओ तो मैं रोज़ स्टोर ते हुन्ना. कोई क्वेश्चन है एनी टाइम फील फ्री टू स्टॉप. ਕੈਨੇਡਾ ਅਮਰੀਕਾ ਬਾਰਡਰ ਦੇ ਨਾਲ ਜੁੜੀ ਹੋਈ ਕੁਝ ਅਪਡੇਟਸ ਸਾਹਮਣੇ ਆ ਸਕਦੀਆਂ ਨੇ ਕਿਉਂਕਿ ਦੋਹਾਂ ਪਾਸਿਆਂ ਦੇ ਅਧਿਕਾਰੀਆਂ ਵੱਲੋਂ ਆਪਸ ਦੇ ਵਿੱਚ ਬੈਠਕ ਕੀਤੀ ਜਾ ਰਹੀ ਹੈ ਜਿੱਥੇ ਨਸ਼ੇ ਸਮਗਲਿੰਗ ਅਤੇ ਹੋਰ ਵੀ ਕਾਫੀ ਗੱਲਾਂ ਨੂੰ ਲੈ ਕੇ ਵਿਚਾਰ ਵਟਾਂਦਰਾ ਹੋਵੇਗਾ। ਬਾਰਡਰ ਦੇ ਸੰਬੰਧ ਵਿੱਚ ਅਮਰੀਕੀ ਅਤੇ ਕੈਨੇਡੀਅਨ ਅਧਿਕਾਰੀਆਂ ਵੱਲੋਂ ਬੈਠਕ ਕੀਤੀ ਗਈ ਜਿੱਥੇ ਕਾਫੀ ਚੀਜ਼ਾਂ ਦਾ ਜ਼ਿਕਰ ਹੋਇਆ ਹੈ। ਸਰਹੱਦ ਪਾਰੋਂ ਬੰਦੂਕਾਂ ਅਤੇ ਨਸ਼ਿਆਂ ਦੀ ਤਸਕਰੀ ਨੂੰ ਠੱਲ ਪਾਉਣ ਵਾਸਤੇ ਕੈਨੇਡਾ ਤੇ ਅਮਰੀਕਾ ਦੇ ਸੀਨੀਅਰ ਜਸਟਿਸ ਅਤੇ ਪਬਲਿਕ ਸੇਫਟੀ ਅਧਿਕਾਰੀਆਂ ਵੱਲੋਂ ਮੁਲਾਕਾਤ ਕੀਤੀ ਜਾਵੇਗੀ। ਕੈਨੇਡਾ US ਕ੍ਰਾਸ ਬਾਰਡਰ ਕ੍ਰਾਈਮ ਫੋਰਸ ਦੀ ਇਸ ਬੈਠਕ ਵਿੱਚ ਕੈਨੇਡਾ ਦੇ ਪਬਲਿਕ ਸੇਫਟੀ ਮਿਨਿਸਟਰ ਅਤੇ ਜਸਟਿਸ ਮਿਨਿਸਟਰ, ਸਿਕਿਉਰਿਟੀ ਸੈਕਟਰੀ ਅਤੇ ਹੋਰ ਵੀ ਕਈ ਤਮਾਮ ਆਗੂ ਸ਼ਾਮਲ ਹੋਣਗੇ। ਕੈਨੇਡਾ ਅਤੇ ਅਮਰੀਕਾ ਵੱਲੋਂ ਸਰਹੱਦ ਪਾਰ ਹੋਣ ਵਾਲੇ ਹਥਿਆਰਾਂ ਅਤੇ ਨਸ਼ਿਆਂ ਦੀ ਤਸਕਰੀ ਨਾਲ ਨਜਿੱਠਣ ਵਿੱਚ ਬਿਹਤਰ ਤਾਲਮੇਲ ਲਈ ਨਵੇਂ ਕਦਮ ਚੁੱਕਣ ਦਾ ਐਲਾਨ ਕੀਤਾ ਜਾਵੇਗਾ। ਇਸ ਤੋਂ ਇਲਾਵਾ ਮਨੁੱਖੀ ਤਸਕਰੀ ਅਤੇ ਅਪਰਾਧਕ ਨਿਆਂ ਸੁਧਾਰਾਂ ਵਰਗੇ ਮੁੱਦਿਆਂ ਤੇ ਵੀ ਚਰਚਾ ਕੀਤੀ ਜਾਵੇਗੀ। ਇਸ ਕ੍ਰਾਸ ਬਾਰਡਰ ਕ੍ਰਾਈਮ ਫੋਰਸ ਦੇ ਜ਼ਰੀਏ ਦੋਵੇਂ ਦੇਸ਼ਾਂ ਨੇ ਸੰਭਾਵੀ ਖਤਰਿਆਂ ਨੂੰ ਸਾਂਝੇ ਤੌਰ ਤੇ ਟਾਰਗੇਟ ਕਰਨ, ਖਤਰਿਆਂ ਦਾ ਮੁਲਾਂਕਣ ਕਰਨ, ਬਿਹਤਰ ਜਾਣਕਾਰੀ ਸਾਂਝੀ ਕਰਨ ਅਤੇ ਸਹਿਯੋਗ ਦੇ ਨਵੇਂ ਤਰੀਕਿਆਂ ਤੇ ਕੰਮ ਕੀਤਾ ਹੈ। ਹੁਣ ਦੇਖਣਾ ਹੋਵੇਗਾ ਕਿ ਬੈਠਕ ਤੋਂ ਬਾਅਦ ਕਿਸ ਚੀਜ਼ਾਂ ਦੇ ਬਾਰੇ ਖਾਸ ਜਾਣਕਾਰੀ ਸਾਂਝੀ ਕੀਤੀ ਜਾਂਦੀ ਹੈ। ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਦਾ ਕਹਿਣਾ ਹੈ ਕਿ ਉਹ ਇੱਕ ਵਾਰ ਫਿਰ ਤੋਂ ਅਮਰੀਕਾ ਨੂੰ ਗ੍ਰੇਟ ਬਣਾਉਣਗੇ ਜਿਸ ਸੰਬੰਧੀ ਉਹ ਆਪਣਾ ਪੱਖ ਰੱਖਦੇ ਤੇ ਕਈ ਵੱਡੇ ਐਲਾਨ ਕਰਦੇ ਹੋਏ ਦਿਖਾਈ ਦਿੱਤੇ। ਚੋਣਾਂ ਤੋਂ ਪਹਿਲਾਂ ਉਹਨਾਂ ਵੱਲੋਂ ਲਗਾਤਾਰ ਕਈ ਵੱਡੇ ਐਲਾਨ ਕੀਤੇ ਜਾ ਰਹੇ ਨੇ। 2024 ਦੇ ਵਿੱਚ ਰਾਸ਼ਟਰਪਤੀ ਚੋਣਾਂ ਹੋਣਗੀਆਂ ਪਰ ਹੁਣ ਡੋਨਾਲਡ ਟਰੰਪ ਵੱਲੋਂ ਕੀ ਕਿਹਾ ਗਿਆ ਤੁਹਾਨੂੰ ਇਸ ਖਬਰ ਵਿੱਚ ਦੱਸਾਂਗੇ। ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਦਾਅਵਾ ਕੀਤਾ ਕਿ ਉਹ ਇੱਕ ਵਾਰ ਫਿਰ ਤੋਂ ਅਮਰੀਕਾ ਨੂੰ ਗ੍ਰੇਟ ਬਣਾਉਣਗੇ। ਇਸ ਵਾਸਤੇ ਉਹ ਸੰਬੋਧਨ ਕਰਦੇ ਹੋਏ ਦਿਖਾਈ ਦਿੱਤੇ। ਡੋਨਾਲਡ ਟਰੰਪ ਵੱਲੋਂ ਹੁਣ ਅਮਰੀਕਾ ਦੇ ਭਵਿੱਖ ਵਾਸਤੇ ਕੀ ਵੱਡੇ ਵਾਅਦੇ ਕੀਤੇ ਗਏ, ਆਓ ਤੁਹਾਨੂੰ ਸੁਣਾਉਂਦੇ ਹਾਂ। I will quickly restore the most secure border in U.S. history, just as we had 3 years ago. We had the strongest, most powerful, most secure border in the history of our country. 3 years ago, we had the most secure. We built hundreds of miles of wall. It worked, by the way. Then we were going to do 200 more miles of wall in certain areas where we could see it was a little weaker than we wanted it. We started that. Could have been finished in 3 weeks if he did it. We had the stuff ordered. He took it away and hid it so that Texas and Arizona couldn't use it. And that's what I said. I guess they really do want open borders, and they actually want open borders, and nobody understands why. Why do you want to have people from prisons? Why do they want that? Why do you want people from prisons and mental institutions and insane asylums? That's a step above. That's Silence of the Lamb type, okay? Why do we want these people in our country? Why are we allowing them? And you have to see these other countries. They are, they've never had it so good. Their prisons are emptied out into the U.S. They have no more costs. They don't want to take care of these people for 70 years, which is what you could have. They have this MS-13, you saw what happened yesterday with this killer, this thug. He was an MS-13. The level of violence, they called it demonic. The level of violence is incredible. We have become a dumping ground for the entire world. The money they save, no prisons, no mental institutions. There was a story recently about a psychologist or psychiatrist, but a psychologist who worked in mental wards in South America, and he said, a good man, he worked 24 hours a day taking care of very mentally ill people. And he was sitting there reading a newspaper, and they asked him, what's he doing? He said, I have no more work. ਇਹ ਸਨ ਕੁਝ ਖਬਰਾਂ ਜਿਹੜੀਆਂ ਅੱਜ ਦਾ ਦਿਨ ਅਮਰੀਕਾ ਤੋਂ ਸਾਹਮਣੇ ਆਈਆਂ। ਬਾਕੀ ਖਬਰਾਂ ਲਈ ਤੁਸੀਂ ਬਣੇ ਰਹੋ ਟੀਵੀ ਪੰਜਾਬ ਨਾਲ। ਫਿਲਹਾਲ ਮੈਨੂੰ ਇੰਦਰ ਕੋਈ ਕੌਰ ਸੰਗੇੜਾ ਨੂੰ ਦਿਓ ਇਜਾਜ਼ਤ।